ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੀਬੀ ਪੰਜਾਬੀ ਕਹਾਣੀਆਂ। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਪੰਜਾਬੀ ਕਹਾਣੀ। ਰਿਸ਼ਤੇ ਭਾਵੇਂ ਸਗੇ ਹੋਣ ਜਾਂ ਪਰਾਏ, ਜੇਕਰ ਨਿਭਾਉਣ ਦੀ ਇੱਛਾ ਹੋਵੇ ਤਾਂ ਇਨਸਾਨ ਹਰ ਰਿਸ਼ਤੇ ਨੂੰ ਖੁਸ਼ੀ ਨਾਲ ਨਿਭਾ ਸਕਦਾ ਹੈ। ਮੇਰਾ ਪੁੱਤਰ ਬਿਮਾਰ ਸੀ। ਮੇਰੇ ਕੋਲ ਉਸ ਦੀ ਦਵਾਈ ਲਈ ਵੀ ਪੈਸੇ ਨਹੀਂ ਸਨ। ਮੈਂ ਬੜੀ ਮੁਸ਼ਕਲ ਨਾਲ ਕਿਸੇ ਤੋਂ 1000 ਰੁਪਏ ਉਧਾਰ ਲਏ। ਮੈਨੂੰ ਉਮੀਦ ਸੀ ਕਿ ਉਹ ਜ਼ਰੂਰ ਮੇਰੀ ਮਦਦ ਕਰੇਗੀ ਅਤੇ ਮੈਂ ਪੈਸੇ ਲੈ ਕੇ ਘਰ ਆ ਗਈ। ਪਹਿਲਾਂ ਤਾਂ ਮੈਂ ਸੋਚਿਆ ਕਿ ਬੱਚੇ ਨੂੰ ਡਾਕਟਰ ਕੋਲ ਲੈ ਜਾਵਾਂਗੀ, ਪਰ ਫਿਰ ਮੈਂ ਸੋਚਿਆ ਜੇਕਰ ਦਵਾਈ ਖਾਲੀ ਪੇਟ ਕੰਮ ਨਹੀਂ ਕਰਦੀ ਤਾਂ ਖਾਲੀ ਪੇਟ ਦਵਾਈ ਲੈਣ ਦਾ ਕੋਈ ਫਾਇਦਾ ਨਹੀਂ ਹੋਵੇਗਾ ਅਤੇ ਮੇਰੇ ਕੋਲ ਉਹੀ 1000 ਰੁਪਏ ਸਨ ਜਿਸ ਨਾਲ ਮੈਂ ਆਪਣੇ ਬੱਚਿਆਂ ਨੂੰ ਦੁੱਧ ਪਿਆਉਣਾ ਸੀ ਅਤੇ ਉਹਨਾਂ ਦੀ ਦਵਾਈ ਦਾ ਪ੍ਰਬੰਧ ਵੀ ਕਰਨਾ ਸੀ। ਮੈਂ ਪਹਿਲਾਂ ਬੱਚਿਆਂ ਦੇ ਖਾਣੇ ਬਾਰੇ ਸੋਚਦੀ ਹੋਈ ਬਾਜ਼ਾਰ ਚਲੀ ਗਈ। ਸਬਜ਼ੀ ਵੇਚਣ ਵਾਲੇ ਤੋਂ ਸਬਜ਼ੀ ਖਰੀਦੀ। ਮੇਰੇ ਕੋਲ ਉਹੀ 1000 ਰੁਪਏ ਸਨ ਅਤੇ ਮੈਂ ਡਰਦੀ ਮਾਰੀ ਨੇ ਉਹ ਪੈਸਿਆਂ ਵਿੱਚੋਂ 500 ਦਾ ਨੋਟ ਦੇ ਦਿੱਤਾ। ਪਤਾ ਨਹੀਂ ਸਬਜ਼ੀ ਕਿੰਨੀ ਮਹਿੰਗੀ ਹੋਵੇਗੀ, ਪਰ ਉਸ ਸਬਜ਼ੀ ਵੇਚਣ ਵਾਲੇ ਨੇ ਮੈਨੂੰ 450 ਰੁਪਏ ਵਾਪਸ ਕਰ ਦਿੱਤੇ। ਜਦੋਂ ਮੈਂ ਘਰ ਆ ਕੇ ਪੈਸੇ ਗਿਣੇ ਤਾਂ ਮੈਨੂੰ ਲੱਗਾ ਕਿ ਉਸ ਕੋਲੋਂ ਗਲਤੀ ਹੋਈ ਹੈ, ਕਿਉਂਕਿ ਉਸ ਕੋਲ ਬਹੁਤ ਭੀੜ ਸੀ। ਮੇਰੇ ਦਿਲ ਨੇ ਕਿਹਾ ਕਿ ਉਹ ਬਹੁਤ ਗਰੀਬ ਆਦਮੀ ਹੈ, ਵਾਪਸ ਜਾਵਾਂ ਅਤੇ ਉਸ ਨੂੰ ਉਸਦੇ ਪੈਸੇ ਦੇ ਕੇ ਆਵਾਂ। ਪਰ ਮਨ ਨੇ ਕਿਹਾ ਸ਼ਾਇਦ ਇਹ ਰੱਬ ਦੀ ਮਦਦ ਹੈ, ਪਹਿਲਾਂ ਜਾ ਕੇ ਬੱਚੇ ਲਈ ਦਵਾਈ ਲਿਆਵਾਂ। ਮੈਂ ਖੁਸ਼ੀ-ਖੁਸ਼ੀ ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਗਈ ਅਤੇ ਦਵਾਈ ਲੈ ਕੇ ਆਈ। ਬੱਚਿਆਂ ਨੂੰ ਦੁੱਧ ਪਿਲਾ ਕੇ ਸੌਣ ਤੋਂ ਬਾਅਦ ਮੈਂ ਉਸ ਸਬਜ਼ੀ ਵੇਚਣ ਵਾਲੇ ਬਾਰੇ ਸੋਚਣ ਲੱਗੀ, ਜਿਸ ਨੂੰ ਆਪਣੀ ਗਲਤੀ ਦਾ ਬਾਅਦ ਵਿੱਚ ਅਹਿਸਾਸ ਹੋਇਆ ਹੋਵੇਗਾ। ਉਸ ਨੂੰ ਕਿੰਨਾ ਪਛਤਾਵਾ ਹੋਵੇਗਾ। ਮੇਰੇ ਕੋਲ ਕੁਝ ਪੈਸੇ ਬਚ ਗਏ ਸਨ। ਮੈਂ ਮਨ ਵਿੱਚ ਸੋਚਿਆ ਕਿ ਮੈਂ ਸਵੇਰੇ ਜਲਦੀ ਜਾ ਕੇ ਉਸ ਨੂੰ ਬਾਕੀ ਦੇ ਪੈਸੇ ਵਾਪਸ ਕਰ ਆਵਾਂਗੀ ਅਤੇ ਜੇ ਇਸ ਵਿੱਚ ਪੈਸੇ ਘੱਟ ਰਹਿ ਗਏ ਤਾਂ ਮੈਂ ਉਸ ਨੂੰ ਕਹਾਂਗੀ ਕਿ ਮੈਂ ਇਹ ਤੁਹਾਨੂੰ ਬਾਅਦ ਵਿੱਚ ਦੇ ਜਾਵਾਂਗੀ। ਯਕੀਨਨ ਉਹ ਸਹਿਮਤ ਹੋਵੇਗਾ। ਮੈਨੂੰ ਇਹ ਪਤਾ ਸੀ ਕਿ ਇਹ ਸਬਜ਼ੀ ਵਿਕਰੇਤਾ ਦਾ ਨਹੀਂ, ਸ਼ਾਇਦ ਮੇਰਾ ਹੀ ਕਸੂਰ ਸੀ। ਮੈਂ ਇੱਕ ਗਰੀਬ ਘਰ ਦੀ ਕੁੜੀ ਸੀ। ਮੇਰੇ ਪਿਤਾ ਜੀ ਸ਼ਰਾਬੀ ਸਨ ਅਤੇ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ। ਮੇਰੇ ਪਿਤਾ ਜੀ ਨੇ ਮੇਰੀ ਵੱਡੀ ਭੈਣ ਨੂੰ ਜੂਏ ਵਿੱਚ ਗੁਆ ਦਿੱਤਾ ਸੀ, ਜਿਸ ਕਾਰਨ ਅਸੀਂ ਦੋਵੇਂ ਭੈਣਾਂ ਇੱਕ ਦੂਜੇ ਤੋਂ ਵਿਛੜ ਗਈਆਂ। ਮੈਂ ਆਪਣੇ ਪਿਤਾ ਦੀ ਬੁਰੀ ਨਜ਼ਰ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਕੌਣ ਬਚ ਸਕਦਾ ਹੈ। ਆਖਰ ਜਦੋਂ ਮੈਂ 16 ਸਾਲ ਦੀ ਹੋ ਗਈ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਵੀ ਜੂਏ ਵਿੱਚ ਹਾਰ ਦਿੱਤਾ ਅਤੇ ਫਿਰ ਮੈਂ ਵੀ ਵਿਆਹ ਕਰਵਾ ਕੇ ਆਪਣੇ ਪਿਤਾ ਵਰਗੇ ਵਿਅਕਤੀ ਦੇ ਘਰ ਆ ਗਈ। ਆਪਣੀ ਮਾਂ ਵਾਂਗ ਮੈਂ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਅਤੇ ਆਪਣੀ ਕਮਾਈ ਨੂੰ ਆਪਣੇ ਜੂਏਬਾਜ਼ ਪਤੀ ਦੇ ਹੱਥਾਂ ਤੋਂ ਬਚਾਉਣ ਲਈ ਕਈ ਤਰੀਕੇ ਘੜਦੀ। ਕਦੇ ਮੈਂ ਕੱਪੜਿਆਂ ਦੇ ਥੈਲਿਆਂ ਵਿੱਚ ਪੈਸੇ ਛੁਪਾ ਲੈਂਦੀ ਤੇ ਕਦੇ ਰਾਸ਼ਨ ਦੇ ਡੱਬਿਆਂ ਵਿੱਚ, ਪਰ ਉਹ ਫਿਰ ਵੀ ਮੇਰੇ ਕੋਲੋਂ ਮੇਰੀ ਕਮਾਈ ਖੋਹ ਲੈਂਦਾ। ਮੇਰੇ 3 ਬੱਚੇ ਸਨ। ਮੈਂ ਬਹੁਤ ਖੁਸ਼ ਸੀ। ਉਸ ਰੱਬ ਨੇ ਮੈਨੂੰ 3 ਪੁੱਤਰ ਦਿੱਤੇ ਸਨ। ਮੇਰੇ ਕੋਈ ਧੀ ਨਹੀਂ ਸੀ ਜਿਸ ਨੂੰ ਮੇਰਾ ਪਤੀ ਮੇਰੇ ਪਿਤਾ ਵਾਂਗ ਵੇਚ ਸਕਦਾ ਹੋਵੇ। ਇਸ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਮੇਰੀ ਜ਼ਿੰਦਗੀ ਇਸ ਤਰ੍ਹਾਂ ਚੱਲਦੀ ਰਹੀ। ਕਈ ਹਫ਼ਤਿਆਂ ਬਾਅਦ ਜਦੋਂ ਮੇਰੇ ਪਤੀ ਨੂੰ ਮੇਰੇ ਘਰ ਦੀ ਯਾਦ ਆਉਂਦੀ ਤਾਂ ਉਹ ਘਰ ਆਉਂਦਾ ਅਤੇ ਜੋ ਵੀ ਕੀਮਤੀ ਸਮਾਨ ਉਹ ਦੇਖਦਾ ਉਸ ਨੂੰ ਵੇਚ ਦਿੰਦਾ। ਜੇਕਰ ਉਸ ਨੂੰ ਕੁਝ ਨਹੀਂ ਮਿਲਦਾ ਤਾਂ ਉਹ ਮੈਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਅਤੇ ਜੇਕਰ ਮੇਰੇ ਬੱਚੇ ਮੈਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਤਾਂ ਉਹ ਬੱਚਿਆਂ ਨੂੰ ਵੀ ਮਾਰਨਾ ਸ਼ੁਰੂ ਕਰ ਦਿੰਦਾ। ਮੈਨੂੰ ਤਾਂ ਬਸ ਇਹ ਤਸੱਲੀ ਸੀ ਕਿ ਇਹ ਘਰ ਮੇਰਾ ਆਪਣਾ ਹੈ ਅਤੇ ਉਹ ਇਹ ਘਰ ਨਹੀਂ ਵੇਚ ਸਕਦਾ, ਕਿਉਂਕਿ ਮੇਰੇ ਸਹੁਰੇ ਨੇ ਆਪਣੇ ਪੁੱਤਰ ਦੀਆਂ ਹਰਕਤਾਂ ਨੂੰ ਦੇਖਦਿਆਂ ਹੀ ਮੇਰੇ ਵਿਆਹ ਤੋਂ ਬਾਅਦ ਇਹ ਘਰ ਮੇਰੇ ਨਾਮ ਕਰ ਦਿੱਤਾ ਸੀ। ਮੇਰੇ ਸਹੁਰੇ ਨੇ ਜਿੰਦਾ ਰਹਿੰਦਿਆਂ ਬਹੁਤ ਵਧੀਆ ਕੰਮ ਕੀਤਾ। ਘੱਟੋ ਘੱਟ ਮੇਰੇ ਬੱਚਿਆਂ ਦੇ ਸਿਰ 'ਤੇ ਛੱਤ ਤਾਂ ਹੈ, ਜਿਸ ਨੂੰ ਉਹਨਾਂ ਦੇ ਪਿਤਾ ਜੀ ਨਹੀਂ ਖੋਹ ਸਕਦੇ। ਆਲੇ ਦੁਆਲੇ ਦੇ ਘਰਾਂ ਦੀਆਂ ਔਰਤਾਂ ਵੀ ਮੇਰੇ ਵਰਗੀਆਂ ਹੀ ਸਨ। ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦੀਆਂ। ਅੱਜ ਛੋਟੇ ਬੱਚੇ ਦੇ ਬਿਮਾਰ ਹੋਣ ਕਰਕੇ ਮੈਂ ਇੱਕ ਇਮਾਨਦਾਰ ਵਿਅਕਤੀ ਦਾ ਹੱਕ ਮਾਰਿਆ ਸੀ ਅਤੇ ਇਹ ਗੱਲ ਮੈਨੂੰ ਚੁਭਦੀ ਰਹਿੰਦੀ ਸੀ।
ਕੁਝ ਦਿਨਾਂ ਬਾਅਦ ਜਦੋਂ ਬੇਟੇ ਦੀ ਸਿਹਤ ਠੀਕ ਹੋ ਗਈ ਅਤੇ ਮੈਨੂੰ ਤਨਖਾਹ ਮਿਲ ਗਈ ਤਾਂ ਮੈਂ ਸੋਚਿਆ ਕਿ ਮੈਂ ਉਸ ਸਬਜ਼ੀ ਵੇਚਣ ਵਾਲੇ ਦਾ ਕਰਜ਼ਾ ਮੋੜ ਦੇਵਾਂ। ਮੈਨੂੰ ਕੁਝ ਸਬਜ਼ੀਆਂ ਵੀ ਚਾਹੀਦੀਆਂ ਸਨ, ਇਸੇ ਲਈ ਮੈਂ ਫਿਰ ਬਾਜ਼ਾਰ ਗਈ। ਉਸ ਸਬਜ਼ੀ ਵੇਚਣ ਵਾਲੇ ਨੇ ਮੈਨੂੰ ਦੇਖ ਕੇ ਅਣਗੌਲਿਆ ਕਰ ਦਿੱਤਾ ਅਤੇ ਬਾਕੀ ਗਾਹਕਾਂ ਨੂੰ ਸਮਾਨ ਦੇਣਾ ਸ਼ੁਰੂ ਕਰ ਦਿੱਤਾ। ਮੈਂ ਉਸ ਦੇ ਰਵੱਈਏ ਤੋਂ ਬਹੁਤ ਹੈਰਾਨ ਸੀ। ਉਹ ਸ਼ਾਇਦ ਇਸੇ ਲਈ ਮੈਨੂੰ ਨਜ਼ਰਅੰਦਾਜ਼ ਕਰ ਰਿਹਾ ਸੀ ਕਿ ਉਹ ਸਭ ਨੂੰ ਸਮਾਨ ਦੇਣ ਤੋਂ ਬਾਅਦ ਮੇਰੇ ਨਾਲ ਗੱਲ ਕਰੇਗਾ। ਮੈਂ ਤਾਂ ਪਹਿਲਾਂ ਵਾਲੀ ਸਬਜ਼ੀ ਦੇ ਪੈਸੇ ਵੀ ਦੇਣੇ ਸਨ, ਇਸ ਲਈ ਮੈਂ ਇਸ ਸਬਜ਼ੀ ਵੇਚਣ ਵਾਲੇ ਕੋਲ ਹੀ ਆਈ ਸੀ। ਮੈਂ ਚੁੱਪਚਾਪ ਖੜੀ ਰਹੀ। ਸਾਰਿਆਂ ਨੂੰ ਸਬਜ਼ੀ ਦੇਣ ਤੋਂ ਬਾਅਦ ਉਸਨੇ ਮੇਰੇ ਵੱਲ ਦੇਖਿਆ ਅਤੇ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ। ਮੈਂ ਉਸ ਨੂੰ ਕਿਹਾ ਕਿ ਤੁਸੀਂ ਪਿਛਲੀ ਵਾਰ ਮੈਨੂੰ ਵੱਧ ਪੈਸੇ ਵਾਪਸ ਕਰ ਦਿੱਤੇ ਸਨ, ਪਰ ਉਸ ਨੇ ਮੈਨੂੰ ਅਣਸੁਣਿਆ ਕਰ ਦਿੱਤਾ ਅਤੇ ਪੁੱਛਣ ਲੱਗਾ, ਤੁਹਾਨੂੰ ਹੁਣ ਕੀ ਚਾਹੀਦਾ ਹੈ। ਮੈਂ ਉਸ ਨੂੰ ਬਹੁਤ ਸਾਰੀਆਂ ਸਬਜ਼ੀਆਂ ਦੱਸੀਆਂ ਅਤੇ ਉਹ ਤੋਲਣ ਲੱਗਾ। ਫਿਰ ਜਦੋਂ ਉਸ ਨੇ ਸਾਰੀ ਸਬਜ਼ੀ ਤੋਲ ਦਿੱਤੀ ਤਾਂ ਮੈਂ ਉਸ ਨੂੰ ਪੁੱਛਿਆ ਕਿ ਇਸ ਦੇ ਕਿੰਨੇ ਪੈਸੇ ਬਣੇ ਹਨ, ਤਾਂ ਉਹ ਮੇਰੇ ਮੂੰਹ ਵੱਲ ਦੇਖਣ ਲੱਗਾ। ਮੈਂ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਸਬਜ਼ੀ ਵਾਲੇ ਨੇ ਮੇਰੇ ਤੋਂ ਸਿਰਫ 50 ਰੁਪਏ ਹੀ ਮੰਗੇ। ਮੈਂ ਸੋਚਿਆ ਕਿ ਉਸ ਤੋਂ ਕੋਈ ਗਲਤੀ ਹੋਈ ਹੈ, ਇਸ ਲਈ ਮੈਂ 500 ਦਾ ਨੋਟ ਕੱਢ ਕੇ ਉਸ ਨੂੰ ਦੇ ਦਿੱਤਾ, ਪਰ ਉਸ ਨੇ ਸਿਰਫ 50 ਰੁਪਏ ਕੱਟ ਕੇ ਬਾਕੀ ਦੇ 450 ਰੁਪਏ ਵਾਪਸ ਕਰ ਦਿੱਤੇ। ਅਤੇ ਜਦੋਂ ਮੈਂ ਉਸ ਨੂੰ ਦੱਸਿਆ ਕਿ ਸਬਜ਼ੀ ਬਹੁਤ ਮਹਿੰਗੀ ਹੈ ਤਾਂ ਉਸ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਦੂਜੇ ਗਾਹਕ ਵੱਲ ਚਲਾ ਗਿਆ। ਮੈਂ ਹੈਰਾਨ ਹੋ ਕੇ ਘਰ ਵਾਪਸ ਆਈ ਅਤੇ ਫਿਰ ਇਹ ਹਰ ਰੋਜ਼ ਦੀ ਗੱਲ ਹੋ ਗਈ। ਜਦੋਂ ਵੀ ਮੈਂ ਉਸ ਸਬਜ਼ੀ ਵੇਚਣ ਵਾਲੇ ਦੀ ਦੁਕਾਨ 'ਤੇ ਜਾਂਦੀ, ਮੈਂ ਜੋ ਵੀ ਸਬਜ਼ੀ ਖਰੀਦਦੀ ਤਾਂ ਉਹ ਮੇਰੇ ਤੋਂ ਸਿਰਫ 50 ਰੁਪਏ ਲੈਂਦਾ। ਕਈ ਵਾਰ ਸਬਜ਼ੀ ਦੀ ਕੀਮਤ 200 ਰੁਪਏ ਤੋਂ ਲੈ ਕੇ 300 ਰੁਪਏ ਤੱਕ ਹੁੰਦੀ ਸੀ, ਪਰ ਉਹ ਮੇਰੇ ਤੋਂ 50 ਰੁਪਏ ਤੋਂ ਵੱਧ ਨਹੀਂ ਲੈਂਦਾ ਸੀ ਅਤੇ ਹਮੇਸ਼ਾ ਸਾਰੇ ਗਾਹਕਾਂ ਦੇ ਜਾਣ ਦਾ ਇੰਤਜ਼ਾਰ ਕਰਦਾ, ਜਾਂ ਪਹਿਲਾਂ ਉਹਨਾਂ ਨੂੰ ਸਬਜ਼ੀ ਦਿੰਦਾ ਅਤੇ ਉਹਨਾਂ ਤੋਂ ਬਾਅਦ ਉਹ ਮੈਨੂੰ ਸਬਜ਼ੀ ਦਿੰਦਾ। ਉਹ ਇਹ ਇਸ ਕਰਕੇ ਕਰਦਾ ਸੀ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਉਸਨੇ ਮੈਨੂੰ ਇੰਨੀਆਂ ਸਬਜ਼ੀਆਂ ਸਿਰਫ 50 ਰੁਪਏ ਵਿੱਚ ਦੇ ਦਿੱਤੀਆਂ। ਮੈਨੂੰ ਇਹ ਗੱਲ ਬੜੀ ਅਜੀਬ ਲੱਗਦੀ। ਜਦੋਂ ਮੇਰੇ ਘਰ ਸਬਜ਼ੀ ਵੇਚਣ ਵਾਲੇ ਪੈਸਿਆਂ ਦੀ ਬਚਤ ਹੋਣ ਕਰਕੇ ਮੇਰੇ ਘਰ ਦਾ ਗੁਜ਼ਾਰਾ ਹੋਣ ਲੱਗ ਗਿਆ ਤਾਂ ਮੈਂ ਵੀ ਉਸ ਦੀ ਦੁਕਾਨ ਤੋਂ ਸਬਜ਼ੀ ਲਿਆਉਣ ਲੱਗ ਪਈ। ਇਸੇ ਤਰ੍ਹਾਂ ਘੱਟੋ ਘੱਟ 3 ਮਹੀਨੇ ਹੋ ਗਏ ਸਨ। ਮੈਂ ਹਰ ਰੋਜ਼ ਸਬਜ਼ੀ ਲੈਣ ਜਾਂਦੀ, ਜਾਂ ਹਫ਼ਤੇ ਵਿੱਚ ਇੱਕ ਵਾਰ ਜਦੋਂ ਵੀ ਮੈਂ ਜਾਂਦੀ ਸੀ, ਉਹ ਮੇਰੇ ਤੋਂ ਸਿਰਫ 50 ਰੁਪਏ ਲੈਂਦਾ ਅਤੇ ਚੰਗੀ ਸਬਜ਼ੀ ਕੱਢ ਕੇ ਦਿੰਦਾ। ਮੈਂ ਆਪਣੇ ਗੁਆਂਢ ਵਿੱਚ ਕਿਸੇ ਨੂੰ ਇਸ ਬਾਰੇ ਨਹੀਂ ਦੱਸਿਆ, ਕਿਉਂਕਿ ਉਸਨੇ ਇਹ ਸਬਜ਼ੀ ਕਿਸੇ ਨੂੰ ਘੱਟ ਰੇਟ ਵਿੱਚ ਨਹੀਂ ਦਿੱਤੀ ਸੀ ਅਤੇ ਮੈਂ ਕੋਸ਼ਿਸ਼ ਕਰਦੀ ਕਿ ਵਾਰ-ਵਾਰ ਉਸ ਕੋਲ ਨਾ ਜਾਵਾਂ, ਪਰ ਉਸ ਦੀ ਸਬਜ਼ੀ ਦੇ ਬਚੇ ਹੋਏ ਪੈਸਿਆਂ ਨਾਲ ਮੈਂ ਆਪਣੀਆਂ ਕਈ ਲੋੜਾਂ ਪੂਰੀਆਂ ਕਰਦੀ ਸੀ ਅਤੇ ਆਪਣੇ ਇੱਕ ਲੜਕੇ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਨ ਲਈ ਵੀ ਲਾ ਦਿੱਤਾ ਸੀ। ਇਸ ਲਈ ਮੈਂ ਇਸ ਦੁਕਾਨ ਤੋਂ ਹੀ ਸਬਜ਼ੀ ਖਰੀਦਣ ਲੱਗੀ, ਕਿਉਂਕਿ ਮੈਂ ਕਿਸੇ ਹੋਰ ਦੁਕਾਨ ਤੋਂ ਸਬਜ਼ੀ ਲੈਂਦੀ ਤਾਂ ਮੈਨੂੰ ਵੱਧ ਪੈਸੇ ਦੇਣੇ ਪੈਂਦੇ, ਜੋ ਕਿ ਮੈਂ ਨਹੀਂ ਦੇ ਸਕਦੀ ਸੀ। ਮੈਂ ਹਮੇਸ਼ਾ ਇਹ ਸੋਚ ਕੇ ਜਾਂਦੀ ਕਿ ਮੈਂ ਜ਼ਰੂਰ ਪੁੱਛੂੰਗੀ ਕਿ ਉਹ ਮੈਨੂੰ 50 ਰੁਪਏ ਵਿੱਚ ਹੀ ਸਬਜ਼ੀ ਕਿਉਂ ਦਿੰਦਾ ਹੈ, ਪਰ ਇਹ ਜ਼ਰੂਰੀ ਸੀ ਕਿ ਉਸ ਦੀ ਦੁਕਾਨ 'ਤੇ ਕੋਈ ਗਾਹਕ ਨਾ ਹੋਵੇ। ਪਰ ਜਦੋਂ ਵੀ ਮੈਂ ਉਸ ਦੀ ਦੁਕਾਨ 'ਤੇ ਜਾਂਦੀ ਤਾਂ ਉਸ ਕੋਲ ਭੀੜ ਹੀ ਹੁੰਦੀ। ਕਦੇ ਉਹ ਮੇਰੀ ਸਬਜ਼ੀ ਲੈਣ ਤੋਂ ਬਾਅਦ ਆਉਂਦੇ ਸਨ, ਕਦੇ ਉਹ ਪਹਿਲਾਂ ਹੀ ਖੜੇ ਹੁੰਦੇ ਸਨ। ਮੈਨੂੰ ਉਸ ਨਾਲ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਸਭ ਪਿੱਛੇ ਉਸ ਦਾ ਕੋਈ ਨਾ ਕੋਈ ਮਨਸੂਬਾ ਜ਼ਰੂਰ ਸੀ। ਮੈਂ ਇੱਕ ਔਰਤ ਸੀ, ਮੈਂ ਸਮਝ ਸਕਦੀ ਸੀ, ਪਰ ਉਸ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ, ਕਿਉਂਕਿ ਉਸਨੇ ਮੇਰੇ ਵੱਲ ਦੇਖਿਆ ਵੀ ਨਹੀਂ ਸੀ ਅਤੇ ਉਹ ਸ਼ਰੀਫ ਸੀ। ਸਵਾਲ ਇਹ ਸੀ ਕਿ ਜੇ ਉਹ ਮੇਰੀ ਗਰੀਬੀ ਕਾਰਨ ਤਰਸ ਖਾ ਕੇ ਮੇਰੀ ਮਦਦ ਕਰਨਾ ਚਾਹੁੰਦਾ ਸੀ ਤਾਂ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੂੰ ਮਦਦ ਦੀ ਲੋੜ ਸੀ। ਅਜਿਹੇ ਲੋਕ ਸਨ ਜੋ 2-3 ਦਿਨ ਭੁੱਖੇ ਰਹਿੰਦੇ ਸਨ। ਫਿਰ ਉਹ ਉਹਨਾਂ ਲੋਕਾਂ ਦੀ ਮਦਦ ਕਿਉਂ ਨਹੀਂ ਕਰਦਾ? ਇਹ ਮੇਰੀ ਮਦਦ ਹੀ ਕਿਉਂ ਕਰਦਾ ਹੈ? ਇਹ ਗੱਲ ਮੈਨੂੰ ਸੋਚਣ ਲਈ ਮਜਬੂਰ ਕਰਦੀ ਅਤੇ ਹਰ ਸਵਾਲ ਦਾ ਜਵਾਬ ਸਿਰਫ ਸਬਜ਼ੀ ਵੇਚਣ ਵਾਲੇ ਕੋਲ ਹੀ ਸੀ। ਪਰ ਮੈਨੂੰ ਉਸ ਨਾਲ ਗੱਲ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ। ਇੱਕ ਦਿਨ ਸਾਡੇ ਮਾਲਕ ਘਰ ਵਿੱਚ ਇੱਕ ਵੱਡੀ ਪਾਰਟੀ ਸੀ ਜਿੱਥੇ ਮੈਂ ਕੰਮ ਕਰਦੀ ਸੀ।
ਮਾਲਕਣ ਨੇ ਮੈਨੂੰ ਮੰਡੀ ਤੋਂ ਸਬਜ਼ੀ ਲੈ ਕੇ ਆਉਣ ਲਈ ਅਤੇ ਰਾਮ ਸਿੰਘ ਦੀ ਮਦਦ ਕਰਨ ਲਈ ਕਿਹਾ। ਮੇਰੇ ਕਦਮ ਆਪਣੇ ਆਪ ਹੀ ਉਸ ਦੁਕਾਨ ਵੱਲ ਵਧਣ ਲੱਗੇ। ਮੈਂ ਸੋਚਿਆ ਅੱਜ ਜ਼ਿਆਦਾ ਸਬਜ਼ੀਆਂ ਦੀ ਲੋੜ ਹੈ, ਜਿਸ ਦੀ ਕੀਮਤ ਘੱਟੋ ਘੱਟ 3000 ਤੱਕ ਹੋਵੇਗੀ। ਅੱਜ ਸਬਜ਼ੀ ਵੇਚਣ ਵਾਲਾ ਕੀ ਕਰੇਗਾ? ਜਦੋਂ ਮੈਂ ਸਾਰੀਆਂ ਸਬਜ਼ੀਆਂ ਤੁਲਵਾਈਆਂ ਤਾਂ ਮੈਂ ਉਸਦੇ ਚਿਹਰੇ ਤੇ ਹੈਰਾਨੀ ਦੇਖੀ, ਪਰ ਫਿਰ ਉਹ ਚੁੱਪਚਾਪ ਸਬਜ਼ੀਆਂ ਤੋਲਣ ਲੱਗ ਗਿਆ ਅਤੇ ਜਦੋਂ ਪੈਸੇ ਦੀ ਗੱਲ ਆਈ ਤਾਂ ਉਸਨੂੰ 5000 ਰੁਪਏ ਦਿੱਤੇ, ਜੋ ਮੈਨੂੰ ਮਾਲਕਣ ਨੇ ਦਿੱਤੇ ਸਨ। ਪਰ ਹਮੇਸ਼ਾ ਵਾਂਗ ਉਸ ਨੇ ਉਵੇਂ ਹੀ ਕੀਤਾ। ਇਸ 5000 ਵਿੱਚੋਂ 50 ਰੁਪਏ ਕੱਟ ਕੇ ਬਾਕੀ ਰਕਮ ਮੈਨੂੰ ਵਾਪਸ ਕਰਨ ਲੱਗਾ। ਮੈਂ ਉਸਨੂੰ ਕਿਹਾ ਕਿ ਮੈਂ ਇਹ ਸਬਜ਼ੀ ਆਪਣੀ ਮਾਲਕਣ ਲਈ ਲੈ ਰਹੀ ਹਾਂ। ਉਸਦੇ ਹੈਰਾਨ ਹੋਏ ਚਿਹਰੇ ਤੇ ਮੁਸਕਰਾਹਟ ਦਿਖਾਈ ਦਿੱਤੀ ਅਤੇ ਉਸਨੇ ਸਬਜ਼ੀ ਦੇ ਸਾਰੇ ਪੈਸੇ ਕੱਟ ਕੇ ਮੈਨੂੰ 2000 ਰੁਪਏ ਵਾਪਸ ਕਰ ਦਿੱਤੇ। ਇਸ ਲਈ ਮੈਨੂੰ ਯਕੀਨ ਹੋ ਗਿਆ ਉਹ ਮੈਨੂੰ ਘੱਟ ਪੈਸਿਆਂ ਵਿੱਚ ਸਬਜ਼ੀ ਦਿੰਦਾ ਹੈ। ਉਸ ਸਮੇਂ ਉਸ ਦੀ ਦੁਕਾਨ 'ਤੇ ਕੁਝ ਗਾਹਕ ਵੀ ਮੌਜੂਦ ਸਨ, ਇਸ ਲਈ ਮੈਂ ਉਸ ਤੋਂ ਸਵਾਲ ਨਹੀਂ ਕਰ ਸਕੀ। ਉਸ ਦਿਨ ਮੈਂ ਸਾਰਾ ਦਿਨ ਦਾਵਤ ਵਿੱਚ ਰੁੱਝੀ ਰਹੀ ਅਤੇ ਅਗਲੇ 2 ਦਿਨ ਮੈਨੂੰ ਸਬਜ਼ੀ ਵੇਚਣ ਵਾਲੇ ਦੀ ਦੁਕਾਨ 'ਤੇ ਜਾਣ ਦਾ ਸਮਾਂ ਨਾ ਮਿਲਿਆ। ਕੁਝ ਦਿਨਾਂ ਬਾਅਦ ਜਦੋਂ ਮੈਂ ਉਸ ਦੀ ਦੁਕਾਨ 'ਤੇ ਗਈ ਤਾਂ ਉਸ ਦੇ ਨਾਲ ਇੱਕ ਲੜਕਾ ਵੀ ਮੌਜੂਦ ਸੀ ਅਤੇ ਉਹ ਉੱਥੇ ਹੀ ਕੰਮ ਕਰ ਰਿਹਾ ਸੀ। ਰੋਜ਼ ਵਾਂਗ ਉਸਨੇ ਮੈਨੂੰ 50 ਰੁਪਏ ਵਿੱਚ ਸਬਜ਼ੀ ਦਿੱਤੀ, ਪਰ ਉਸ ਲੜਕੇ ਕਾਰਨ ਮੈਂ ਕੋਈ ਸਵਾਲ ਨਹੀਂ ਪੁੱਛ ਸਕੀ। ਕੁਝ ਦਿਨਾਂ ਬਾਅਦ ਜਦੋਂ ਮੈਂ ਦੁਬਾਰਾ ਦੁਕਾਨ 'ਤੇ ਗਈ ਤਾਂ ਉਹ ਮੁੰਡਾ ਹੀ ਸੀ। ਉਹ ਖੁਦ ਦੁਕਾਨ 'ਤੇ ਮੌਜੂਦ ਨਹੀਂ ਸੀ। ਮੈਨੂੰ ਘੱਟ ਪੈਸਿਆਂ ਵਿੱਚ ਸਬਜ਼ੀ ਲੈਣ ਦੀ ਆਦਤ ਪੈ ਗਈ ਸੀ। ਮੈਨੂੰ ਹੈਰਾਨੀ ਹੋਈ ਕਿ ਮੁੰਡੇ ਨੇ ਵੀ ਮੈਨੂੰ ਸਾਰੀਆਂ ਸਬਜ਼ੀਆਂ ਸਿਰਫ 50 ਰੁਪਏ ਵਿੱਚ ਦਿੱਤੀਆਂ। ਜਦੋਂ ਮੈਂ ਉਸ ਲੜਕੇ ਨੂੰ ਪੁੱਛਿਆ ਕਿ ਉਸਨੇ ਮੇਰੇ ਤੋਂ ਸਿਰਫ 50 ਰੁਪਏ ਕਿਉਂ ਲਏ ਤਾਂ ਉਸਨੇ ਦੱਸਿਆ ਕਿ ਉਹ ਖੁਦ ਨਹੀਂ ਸਮਝ ਸਕਿਆ ਕਿ ਉਸਦੀ ਦੁਕਾਨ ਦੇ ਮਾਲਕ ਨੇ ਉਸਨੂੰ ਅਜਿਹਾ ਕਰਨ ਲਈ ਕਿਉਂ ਕਿਹਾ, ਕਿਉਂਕਿ ਮੈਂ ਸਿਰਫ ਮਾਲਕ ਦੇ ਕਹੇ ਅਨੁਸਾਰ ਚੱਲ ਰਿਹਾ ਸੀ। ਦੁਕਾਨ ਦੇ ਮਾਲਕ ਨੇ ਮੈਨੂੰ ਕਿਹਾ ਸੀ ਕਿ ਜਦੋਂ ਵੀ ਤੁਸੀਂ ਇੱਥੇ ਆਓ, ਕਿਸੇ ਵੀ ਸਮੇਂ ਜੇ ਤੁਸੀਂ ਕੁਝ ਵੀ ਖਰੀਦਣਾ ਚਾਹੋ ਤਾਂ ਮੈਂ ਤੁਹਾਡੇ ਤੋਂ ਸਿਰਫ 50 ਰੁਪਏ ਲਵਾਂ। ਅੱਜ ਵੀ ਮੈਂ ਸਬਜ਼ੀ ਲੈ ਲਈ। ਉਸ ਦੀ ਕੀਮਤ ਰੁਪਏ 300 ਦੇ ਬਰਾਬਰ ਸੀ, ਪਰ ਉਸਨੇ ਮੇਰੇ ਤੋਂ ਸਿਰਫ 50 ਰੁਪਏ ਲਏ। ਮੈਂ ਉਸ ਨੂੰ ਪੁੱਛਿਆ ਕਿ ਤੁਹਾਡਾ ਮਾਲਕ ਕਦੋਂ ਆਵੇਗਾ, ਜਿਸ ਦਾ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਮੈਂ ਹੋਰ ਵੀ ਉਲਝਣ ਵਿੱਚ ਸੀ ਅਤੇ ਆਪਣੇ ਸਵਾਲਾਂ ਦੇ ਜਵਾਬ ਚਾਹੁੰਦੀ ਸੀ, ਪਰ ਹੁਣ ਇਹ ਗੱਲ ਮੈਨੂੰ ਅਸੰਭਵ ਜਾਪਦੀ ਸੀ, ਕਿਉਂਕਿ ਹੁਣ ਅਕਸਰ ਉਹ ਲੜਕਾ ਹੀ ਦੁਕਾਨ 'ਤੇ ਹੁੰਦਾ ਸੀ ਅਤੇ ਉਹ ਸਬਜ਼ੀ ਵੇਚਣ ਵਾਲਾ ਆਪ ਨਹੀਂ ਹੁੰਦਾ ਸੀ। ਮੈਨੂੰ ਉਸੇ ਤਰ੍ਹਾਂ ਸਬਜ਼ੀ ਮਿਲ ਰਹੀ ਸੀ ਅਤੇ ਮੇਰੇ ਲਈ ਇਹ ਚੰਗੀ ਗੱਲ ਸੀ, ਪਰ ਮੈਨੂੰ ਮੇਰੇ ਸਵਾਲਾਂ ਦਾ ਜਵਾਬ ਨਹੀਂ ਮਿਲ ਰਹੇ। ਉਹਨਾਂ ਦਿਨਾਂ ਵਿੱਚ ਹੋਇਆ ਇਹ ਕਿ ਮੇਰੇ ਦੋਵੇਂ ਵੱਡੇ ਪੁੱਤਰ ਸਕੂਲ ਜਾਣ ਲੱਗ ਪਏ ਸਨ ਅਤੇ ਮੈਂ ਚੰਗੇ ਭਵਿੱਖ ਦੀ ਆਸ ਰੱਖ ਰਹੀ ਸੀ ਅਤੇ ਇਹ ਸਭ ਸਬਜ਼ੀਆਂ ਦੀ ਕੀਮਤ ਘੱਟ ਹੋਣ ਕਰਕੇ ਸੰਭਵ ਹੋ ਸਕਿਆ, ਕਿਉਂਕਿ ਇਸ ਤੋਂ ਪਹਿਲਾਂ ਤਾਂ ਮੈਂ ਬੱਚਿਆਂ ਲਈ 2 ਵਕਤ ਦੀ ਰੋਟੀ ਲਈ ਸੋਚਦੀ ਰਹਿੰਦੀ ਸੀ। ਪਰ ਜਦੋਂ ਮੇਰੀ ਕੁਝ ਬਚਤ ਹੋਣ ਲੱਗੀ ਤਾਂ ਮੈਂ ਉਹਨਾਂ ਦੀ ਪੜ੍ਹਾਈ ਬਾਰੇ ਵੀ ਸੋਚਣ ਲੱਗੀ। ਹੁਣ ਮੈਨੂੰ ਕੁਝ ਉਮੀਦ ਨਜ਼ਰ ਆ ਰਹੀ ਸੀ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਕਿਸੇ ਮੁਕਾਮ 'ਤੇ ਪਹੁੰਚ ਜਾਣਗੇ ਅਤੇ ਸ਼ਾਇਦ ਮੇਰੀ ਇਹ ਦੁੱਖ ਭਰੀ ਜ਼ਿੰਦਗੀ ਖਤਮ ਹੋ ਜਾਵੇਗੀ। ਇਹ ਸਿਲਸਿਲਾ ਸ਼ੁਰੂ ਰਿਹਾ। ਮੈਂ ਬਹੁਤੀ ਪੜ੍ਹੀ ਲਿਖੀ ਤਾਂ ਨਹੀਂ ਸੀ, ਪਰ ਕੁਝ ਹੱਦ ਤੱਕ ਪੰਜਾਬੀ ਪੜ੍ਹ ਸਕਦੀ ਸੀ। ਇਸ ਲਈ ਮੈਂ ਆਪਣੇ ਤਰੀਕੇ ਨਾਲ ਸਬਜ਼ੀਆਂ ਦਾ ਹਿਸਾਬ ਕਿਤਾਬ ਲਿਖਣਾ ਸ਼ੁਰੂ ਕਰ ਦਿੱਤਾ। ਉਹ ਇਸ ਲਈ ਕਿਉਂਕਿ ਮੇਰੇ ਮਨ ਵਿੱਚ ਇੱਕ ਖਿਆਲ ਸੀ ਕਿ ਜੇਕਰ ਮੇਰੇ ਕੋਲ ਜ਼ਿੰਦਗੀ ਵਿੱਚ ਚੰਗੇ ਪੈਸੇ ਆਏ ਤਾਂ ਮੈਂ ਸਬਜ਼ੀ ਵੇਚਣ ਵਾਲੇ ਦਾ ਸਾਰਾ ਕਰਜ਼ ਇੱਕ ਵਾਰ ਵਿੱਚ ਹੀ ਮੋੜ ਦੇਵਾਂਗੀ। ਸਬਜ਼ੀ ਵੇਚਣ ਵਾਲੇ ਦਾ ਇਹ ਰਾਜ਼ ਮੈਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸਿਆ, ਕਿਉਂਕਿ ਜੇਕਰ ਬੱਚੇ ਇਹ ਗੱਲ ਆਪਣੇ ਦੋਸਤਾਂ ਨੂੰ ਦੱਸ ਦਿੰਦੇ ਤਾਂ ਮੇਰੇ ਲਈ ਮੁਸ਼ਕਲਾਂ ਖੜੀਆਂ ਹੋ ਜਾਣੀਆਂ ਸਨ। ਸਭ ਤੋਂ ਪਹਿਲਾਂ ਮੇਰੇ ਚਰਿੱਤਰ 'ਤੇ ਗੱਲ ਆਉਣੀ ਸੀ। ਮੈਂ ਗਰੀਬ ਜ਼ਰੂਰ ਸੀ, ਪਰ ਚਰਿੱਤਰਹੀਣ ਨਹੀਂ ਸੀ। ਪਰ ਇਹ ਗੱਲ ਕਿਸੇ ਨੂੰ ਸਮਝ ਨਹੀਂ ਆਉਣੀ ਸੀ ਤੇ ਸਾਰੇ ਮੈਨੂੰ ਸਵਾਲ ਕਰਦੇ ਕਿ ਉਹ ਤੈਨੂੰ ਇੰਨੇ ਘੱਟ ਪੈਸਿਆਂ ਵਿੱਚ ਸਬਜ਼ੀ ਕਿਉਂ ਦਿੰਦਾ ਹੈ। ਇਸ ਨੂੰ ਇਸੇ ਤਰ੍ਹਾਂ ਚੱਲਦੇ ਤਕਰੀਬਨ 7-8 ਮਹੀਨੇ ਹੋ ਗਏ ਸਨ ਅਤੇ ਹੁਣ ਤੱਕ ਮੈਂ ਉਸ ਵਿਅਕਤੀ ਨੂੰ ਨਹੀਂ ਮਿਲ ਸਕੀ ਸੀ। ਅਤੇ ਆਖਰਕਾਰ ਇੱਕ ਦਿਨ ਮੈਨੂੰ ਮੌਕਾ ਮਿਲਿਆ। ਮੈਂ ਸ਼ਾਮ ਨੂੰ ਕੰਮ
ਤੋਂ ਦੇਰ ਨਾਲ ਆਈ, ਇਸ ਕਾਰਨ ਮੈਂ ਸਬਜ਼ੀ ਖਰੀਦਣ ਲਈ ਵੀ ਦੇਰ ਨਾਲ ਗਈ। ਉਸ ਸਮੇਂ ਸਬਜ਼ੀ ਵੇਚਣ ਵਾਲਾ ਖੁਦ ਦੁਕਾਨ 'ਤੇ ਮੌਜੂਦ ਸੀ। ਉਹ ਦੂਸਰਾ ਮੁੰਡਾ ਅੱਜ ਉੱਥੇ ਨਹੀਂ ਸੀ ਅਤੇ ਨਾ ਹੀ ਕੋਈ ਗਾਹਕ ਸੀ। ਜਾਂਦੇ ਹੋਏ ਮੈਂ ਉਸ ਨੂੰ ਸਵਾਲ ਕੀਤਾ ਕਿ ਤੁਸੀਂ ਇਹ ਸਭ ਸਿਰਫ 50 ਰੁਪਏ ਵਿੱਚ ਕਿਉਂ ਦਿੰਦੇ ਹੋ ਅਤੇ ਕੀ ਕਾਰਨ ਹੈ ਕਿ ਤੁਸੀਂ ਇਸ ਤਰ੍ਹਾਂ ਮੇਰੀ ਮਦਦ ਕਰਦੇ ਹੋ। ਤਾਂ ਉਸ ਨੇ ਮੈਨੂੰ ਕਿਹਾ ਕਿ ਬਸ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਨਾਲ ਤੁਹਾਡੇ ਕੋਈ ਮਦਦ ਹੋ ਰਹੀ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਆਪਣੇ ਦੋਵਾਂ ਬੱਚਿਆਂ ਦਾ ਸਕੂਲ ਵਿੱਚ ਦਾਖਲਾ ਕਰਵਾ ਲਿਆ ਹੈ। ਮੈਂ ਘਰ ਦੀਆਂ ਕਈ ਛੋਟੀਆਂ ਚੀਜ਼ਾਂ ਲੈ ਲਈਆਂ ਹਨ ਜੋ ਮੇਰੇ ਪਤੀ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖੀਆਂ ਹਨ। ਉਸਨੇ ਕਿਹਾ ਕਿ ਮੈਂ ਬਸ ਤੁਹਾਡੀ ਮਦਦ ਕਰਨਾ ਚਾਹੁੰਦਾ ਸੀ। ਅੱਜ ਤੱਕ ਮੈਂ ਤੁਹਾਨੂੰ ਕਦੇ ਗਲਤ ਨਜ਼ਰ ਨਾਲ ਨਹੀਂ ਦੇਖਿਆ ਤੇ ਇਹ ਗੱਲ ਤੁਹਾਨੂੰ ਵੀ ਪਤਾ ਹੈ। ਮੇਰਾ ਇੱਕੋ ਇੱਕ ਇਰਾਦਾ ਸੀ, ਤੁਹਾਡੀ ਮਦਦ ਕਰਨਾ। ਪਰ ਮੇਰਾ ਸਵਾਲ ਇੱਕ ਹੀ ਸੀ ਕਿ ਜੇਕਰ ਉਹ ਮਦਦ ਕਰਨਾ ਚਾਹੁੰਦਾ ਹੈ ਤਾਂ ਇੱਥੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਉਸ ਦੀ ਮਦਦ ਦੀ ਲੋੜ ਹੈ। ਕਿਉਂਕਿ ਉਸ ਦੀ ਦੁਕਾਨ 'ਤੇ ਆਸ-ਪਾਸ ਅਸੀਂ ਗਰੀਬ ਲੋਕ ਰਹਿੰਦੇ ਸੀ। ਉੱਥੇ ਹਰ ਕੋਈ ਗਰੀਬ ਸੀ, ਤਾਂ ਉਹ ਮੇਰੀ ਮਦਦ ਹੀ ਕਿਉਂ ਕਰਦਾ ਹੈ। ਜਦੋਂ ਮੈਂ ਉਸ ਨੂੰ ਇਹ ਸਵਾਲ ਪੁੱਛਿਆ ਤਾਂ ਉਹ ਘਬਰਾ ਗਿਆ ਅਤੇ ਰੋਣ ਲੱਗ ਪਿਆ ਅਤੇ ਕਿਹਾ ਕਿ ਮੇਰੇ ਕੋਲ ਤੁਹਾਡੇ ਸਵਾਲ ਦਾ ਜਵਾਬ ਹੈ ਪਰ ਮੈਂ ਦੇਣਾ ਨਹੀਂ ਚਾਹੁੰਦਾ। ਜਦੋਂ ਮੈਂ ਉਸ ਨੂੰ ਕਿਹਾ ਕਿ ਜਾਂ ਤਾਂ ਉਹ ਮੇਰੇ ਸਵਾਲ ਦਾ ਜਵਾਬ ਦੇਵੇ ਜਾਂ ਮੈਂ ਉਸ ਤੋਂ ਸਬਜ਼ੀ ਨਹੀਂ ਖਰੀਦਾਂਗੀ, ਤਾਂ ਉਹ ਹੋਰ ਪਰੇਸ਼ਾਨ ਹੋ ਗਿਆ। ਉਸਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਮੇਰੇ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ ਜੇਕਰ ਮੈਂ ਹਮੇਸ਼ਾ ਉਸ ਦੀ ਦੁਕਾਨ ਤੋਂ ਸਬਜ਼ੀ ਖਰੀਦਾਂਗੀ। ਜਦੋਂ ਮੈਂ ਉਸ ਨਾਲ ਵਾਅਦਾ ਕੀਤਾ ਤਾਂ ਉਸਨੇ ਮੈਨੂੰ ਕੱਲ੍ਹ ਸ਼ਾਮ ਨੂੰ ਆਪਣੇ ਘਰ ਆਉਣ ਲਈ ਕਿਹਾ। ਉਹ ਮੇਰੇ ਸਾਰੇ ਸਵਾਲਾਂ ਦੇ ਜਵਾਬ ਉੱਥੇ ਹੀ ਦੇਵੇਗਾ, ਪਰ ਮੈਂ ਉਸ ਦੇ ਘਰ ਨਹੀਂ ਜਾਣਾ ਚਾਹੁੰਦੀ ਸੀ। ਉਸ ਨੇ ਫਟਾਫਟ ਮੈਨੂੰ ਆਪਣੇ ਘਰ ਦਾ ਪਤਾ ਦੱਸ ਦਿੱਤਾ ਅਤੇ ਮੈਂ ਇੱਥੇ ਹੀ ਸਾਰੇ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੀ ਸੀ। ਪਰ ਉਸੇ ਸਮੇਂ ਦੁਕਾਨ 'ਤੇ ਇੱਕ ਹੋਰ ਆਦਮੀ ਆ ਗਿਆ ਅਤੇ ਮੈਨੂੰ ਚੁੱਪ ਰਹਿਣਾ ਪਿਆ। ਉਸ ਸਮੇਂ ਮੈਂ ਉਹ ਸਬਜ਼ੀ ਚੁੱਕੀ ਅਤੇ ਆਪਣੇ ਘਰ ਵਾਪਸ ਆ ਗਈ। ਪਰ ਹੁਣ ਮੇਰੀ ਸਾਰੀ ਰਾਤ ਇਸੇ ਚਿੰਤਾ ਵਿੱਚ ਬੀਤ ਗਈ ਕਿ ਉਸਨੇ ਮੈਨੂੰ ਆਪਣੇ ਘਰ ਬੁਲਾਇਆ ਹੈ, ਪਤਾ ਨਹੀਂ ਕਿਉਂ ਬੁਲਾਇਆ, ਅਤੇ ਉਹ ਵੀ ਸ਼ਾਮ ਤੋਂ ਬਾਅਦ। ਅਤੇ ਜੇ ਮੈਂ ਨਾ ਗਈ ਤਾਂ ਸ਼ਾਇਦ ਮੈਂ ਸਾਰੀ ਉਮਰ ਸਵਾਲਾਂ ਦੇ ਜਵਾਬ ਨਹੀਂ ਲੈ ਸਕਾਂਗੀ, ਅਤੇ ਜੇ ਮੈਂ ਗਈ ਤਾਂ ਪਤਾ ਨਹੀਂ ਉਹ ਮੇਰੇ ਨਾਲ ਕੀ ਕਰੇਗਾ। ਕਿਉਂਕਿ ਬੰਦੇ ਦਾ ਕੀ ਭਰੋਸਾ। ਮੇਰੀ ਜ਼ਿੰਦਗੀ ਵਿੱਚ ਸਾਰੇ ਮਰਦ ਇਸ ਤਰ੍ਹਾਂ ਦੇ ਹੀ ਆਏ ਸਨ। ਵੈਸੇ ਮੇਰੇ ਦਿਲ ਦੀ ਧੜਕਣ ਵੱਧਦੀ ਜਾ ਰਹੀ ਸੀ। ਉਸ ਦੇ ਘਰ ਦੇ ਦਰਵਾਜ਼ੇ 'ਤੇ ਪਹੁੰਚ ਕੇ ਇੱਕ ਵਾਰ ਦਿਲ ਨੇ ਕਿਹਾ ਕਿ ਮੈਂ ਵਾਪਸ ਮੁੜ ਜਾਵਾਂ ਅਤੇ ਇਹ ਜਿਵੇਂ ਚੱਲ ਰਿਹਾ ਹੈ ਚੱਲਣ ਦਿਆਂ। ਮੈਨੂੰ ਜਵਾਬ ਲੈਣ ਦੀ ਕੀ ਲੋੜ ਹੈ। ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ। ਮੇਰੇ ਬੱਚਿਆਂ ਨੂੰ ਖਾਣਾ ਮਿਲ ਰਿਹਾ ਹੈ ਅਤੇ ਉਹ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਮੇਰੇ ਘਰ ਦੀਆਂ ਲੋੜਾਂ ਵੀ ਪੂਰੀਆਂ ਹੋ ਰਹੀਆਂ ਹਨ। ਮੈਨੂੰ ਇਸ ਰਾਜ ਨੂੰ ਗੁਪਤ ਹੀ ਰਹਿਣ ਦੇਣਾ ਚਾਹੀਦਾ ਹੈ। ਪਰ ਮੇਰੇ ਅੰਦਰ ਦੀ ਆਤਮਾ ਨਹੀਂ ਮੰਨ ਰਹੀ ਸੀ ਅਤੇ ਵਾਰ-ਵਾਰ ਇਹ ਖਿਆਲ ਮੇਰੇ ਮਨ ਵਿੱਚ ਆਉਂਦੇ ਸੀ ਕਿ ਇੱਕ ਵਾਰ ਮੈਨੂੰ ਅੰਦਰ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਮੈਂ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੜਕਾਉਣ ਤੋਂ ਬਾਅਦ ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਅਤੇ ਮੈਨੂੰ ਇੱਥੇ ਆਉਣ ਦਾ ਫੈਸਲਾ ਗਲਤ ਮਹਿਸੂਸ ਹੋਣ ਲੱਗਾ। ਇਸ ਤੋਂ ਪਹਿਲਾਂ ਕਿ ਮੈਂ ਇੱਥੋਂ ਮੁੜਦੀ, ਦਰਵਾਜ਼ਾ ਖੁੱਲ੍ਹਿਆ ਅਤੇ ਮੈਂ ਦਰਵਾਜ਼ੇ 'ਤੇ ਸਬਜ਼ੀ ਵੇਚਣ ਵਾਲੇ ਦਾ ਚਿਹਰਾ ਦੇਖਿਆ। ਮੈਨੂੰ ਦਰਵਾਜ਼ੇ 'ਤੇ ਖੜ੍ਹਾ ਦੇਖ ਕੇ ਉਸ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ ਅਤੇ ਉਸਨੇ ਮੈਨੂੰ ਅੰਦਰ ਆਉਣ ਲਈ ਕਿਹਾ। ਹੁਣ ਜਦੋਂ ਮੈਂ ਇੰਨੀ ਦੂਰ ਆ ਗਈ ਸੀ ਤਾਂ ਮੈਨੂੰ ਹੋਰ ਵੀ ਹਿੰਮਤ ਕਰਨੀ ਪਈ। ਮੈਂ ਡਰਦੇ-ਡਰਦੇ ਘਰ ਦੇ ਅੰਦਰ ਵੜੀ ਅਤੇ ਬਾਂਹ ਦੇ ਅੰਦਰ ਛੁਪੀ ਸੋਟੀ 'ਤੇ ਆਪਣੀ ਪਕੜ ਬਣਾ ਲਈ। ਜਦੋਂ ਮੈਂ ਅੰਦਰ ਗਈ ਤੇ ਜਿਵੇਂ ਹੀ ਮੈਂ ਅੰਦਰ ਆਈ, ਉਸਨੇ ਤੁਰੰਤ ਲਾਈਟ ਆਨ ਕਰ ਦਿੱਤੀ ਅਤੇ ਜਿਵੇਂ ਹੀ ਲਾਈਟ ਆਨ ਕੀਤੀ ਤਾਂ ਮੈਂ ਜੋ ਦੇਖਿਆ, ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਈ। ਮੈਨੂੰ ਲੱਗਾ ਜਿਵੇਂ ਕਮਰੇ ਦੀ ਛੱਤ ਮੇਰੇ ਸਿਰ 'ਤੇ ਆ ਡਿੱਗੀ ਹੋਵੇ। ਜਦੋਂ ਮੇਰੇ ਮਾਪਿਆਂ ਨੇ ਮੈਨੂੰ ਮੇਰੇ ਪਤੀ ਕੋਲ ਵੇਚ ਦਿੱਤਾ ਸੀ, ਉਸ ਤੋਂ ਬਾਅਦ ਮੇਰਾ ਆਪਣੇ ਮਾਤਾ-ਪਿਤਾ ਨਾਲ ਕੋਈ ਸੰਬੰਧ ਨਹੀਂ ਰਿਹਾ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਭੈਣ ਤੇ ਮਾਤਾ-ਪਿਤਾ ਕਿਸ ਹਾਲਤ ਵਿੱਚ ਸਨ ਅਤੇ ਮੈਨੂੰ ਸਮਝ ਸੀ ਕਿ ਉਹ ਮੇਰੇ ਲਈ ਮਰ ਚੁੱਕੇ ਹਨ ਅਤੇ ਮੈਂ ਉਹਨਾਂ ਬਾਰੇ ਕਦੇ ਵੀ ਨਹੀਂ ਸੋਚਿਆ।
ਕਈ ਵਾਰ ਮੈਂ ਆਪਣੀ ਮਾਂ ਬਾਰੇ ਸੋਚਦੀ ਸੀ, ਪਰ ਵਿਆਹ ਦੇ 3 ਸਾਲ ਬਾਅਦ ਹੀ ਮੇਰੀ ਮਾਂ ਨੂੰ ਮੇਰੇ ਪਿਤਾ ਨੇ ਜੂਏ ਵਿੱਚ ਹਾਰ ਦਿੱਤਾ ਅਤੇ ਇਸ ਤੋਂ ਬਾਅਦ ਮੈਂ ਉਹਨਾਂ ਨੂੰ ਮਰਿਆ ਹੋਇਆ ਸਮਝ ਲਿਆ ਸੀ। ਮੈਂ ਕਦੇ ਨਹੀਂ ਸੋਚਿਆ ਮੈਂ ਉਹਨਾਂ ਦਾ ਦੁਬਾਰਾ ਸਾਹਮਣਾ ਕਰਾਂਗੀ। ਮੈਂ ਆਪਣੇ ਪਿਤਾ ਜੀ ਨੂੰ ਸਟੋਰ ਵਿੱਚ ਬਿਸਤਰੇ 'ਤੇ ਪਏ ਦੇਖਿਆ ਅਤੇ ਉਹਨਾਂ ਨੂੰ ਦੇਖ ਕੇ ਮੈਨੂੰ ਹੋਰ ਵੀ ਨਫ਼ਰਤ ਮਹਿਸੂਸ ਹੋਈ ਕਿ ਅਸੀਂ ਜਿਸ ਵੀ ਹਾਲਤ ਵਿੱਚ ਹਾਂ ਉਸ ਆਦਮੀ ਦੀ ਬਦੌਲਤ ਹੀ ਹਾਂ। ਪਰ ਉਸ ਦੀ ਹਾਲਤ ਇੰਨੀ ਮਾੜੀ ਸੀ ਕਿ ਮੈਂ ਉਸ ਨੂੰ ਨਫ਼ਰਤ ਵੀ ਨਹੀਂ ਕਰ ਸਕਦੀ ਸੀ। ਮੇਰੇ ਪਿੱਛੇ ਖੜੇ ਸਬਜ਼ੀ ਵੇਚਣ ਵਾਲੇ ਨੇ ਮੈਨੂੰ ਕਿਹਾ ਕਿ ਤੁਸੀਂ ਉਸ ਨੂੰ ਪਛਾਣ ਲਿਆ ਹੈ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ ਸੀ, ਮੈਂ ਉਸ ਨੂੰ ਕੀ ਜਵਾਬ ਦੇਵਾਂ। ਮੇਰੀ ਹਾਲਤ ਦੇਖ ਕੇ ਉਸ ਨੇ ਕਿਹਾ ਕਿ ਇਹ ਆਦਮੀ ਤੁਹਾਡਾ ਪਿਤਾ ਹੈ ਤੇ ਤੁਹਾਡਾ ਹੀ ਨਹੀਂ ਮੇਰਾ ਵੀ ਹੈ। ਮੈਂ ਤੁਹਾਡਾ ਭਰਾ ਹਾਂ। ਅਤੇ ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਇਹ ਬੰਦਾ ਮੇਰਾ ਭਰਾ ਕਿਵੇਂ ਹੋ ਸਕਦਾ ਹੈ? ਕਿਉਂਕਿ ਅਸੀਂ 2 ਭੈਣਾਂ ਹੀ ਸੀ। ਮੈਂ ਸੋਚਿਆ ਸੀ ਕਿ ਅੱਜ ਇੰਨੀ ਵੱਡੀ ਗੱਲ ਤੋਂ ਬਾਅਦ ਮੈਂ ਕੋਈ ਹੋਰ ਸਦਮਾ ਬਰਦਾਸ਼ਤ ਨਹੀਂ ਕਰ ਸਕਾਂਗੀ। ਮੈਂ ਅੱਗੇ ਜਾ ਕੇ ਪਿਤਾ ਜੀ ਦੀ ਹਾਲਤ ਵੇਖੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੂੰ ਅਧਰੰਗ ਦਾ ਦੌਰਾ ਪਿਆ ਸੀ ਅਤੇ ਉਹ ਬੋਲਣ ਤੋਂ ਅਸਮਰਥ ਸੀ। ਹੱਥ ਵੀ ਨਹੀਂ ਹਿਲਾ ਸਕਦੇ ਸਨ। ਮੇਰੇ ਵੱਲ ਦੇਖ ਕੇ ਹੀ ਰੋ ਰਹੇ ਸਨ। ਮੈਂ ਸਬਜ਼ੀ ਵੇਚਣ ਵਾਲੇ ਨਾਲ ਗੱਲ ਕੀਤੀ ਜੋ ਮੇਰਾ ਭਰਾ ਸੀ। ਉਸ ਨੂੰ ਪੁੱਛਿਆ ਕਿ ਇਹ ਸਭ ਕੀ ਹੈ। ਫਿਰ ਤੁਸੀਂ ਮੇਰੇ ਭਰਾ ਕਿਵੇਂ ਹੋ ਸਕਦੇ ਹੋ? ਅਸੀਂ 2 ਭੈਣਾਂ ਹੀ ਸੀ ਤੇ ਪਿਤਾ ਜੀ ਤੁਹਾਡੇ ਕੋਲ ਕਿਵੇਂ? ਫਿਰ ਉਸ ਨੇ ਦੱਸਿਆ ਕਿ ਤੁਹਾਡੀ ਮਾਂ ਨੂੰ ਜੂਏ ਵਿੱਚ ਹਾਰਨ ਤੋਂ ਪਹਿਲਾਂ ਉਸਨੇ ਖੁਦ ਇੱਕ ਔਰਤ ਨੂੰ ਜੂਏ ਵਿੱਚ ਜਿੱਤ ਲਿਆ ਸੀ, ਜਿਸ ਨੂੰ ਉਹ ਆਪਣੇ ਘਰ ਨਹੀਂ ਲਿਆਇਆ ਤੇ ਉਸ ਨੂੰ ਇੱਕ ਹੋਰ ਥਾਂ ਰੱਖੀ। ਸਬਜ਼ੀ ਵੇਚਣ ਵਾਲਾ ਉਸ ਔਰਤ ਦਾ ਮੁੰਡਾ ਸੀ। ਉਸ ਨੂੰ ਜਨਮ ਦਿੰਦੇ ਸਮੇਂ ਉਸ ਔਰਤ ਦੀ ਮੌਤ ਹੋ ਗਈ ਅਤੇ ਰੱਬ ਦੀ ਕਰਿਸ਼ਮਾ ਦੇਖੋ ਕਿ ਮੈਂ ਉਸ ਦੀ ਭੈਣ ਸੀ। ਮੇਰੀ ਮਾਂ ਨੇ ਉਸ ਨੂੰ ਪਾਲਿਆ ਸੀ ਅਤੇ ਉਸ ਨੂੰ ਚੰਗੇ ਮਾੜੇ ਦੀ ਸਮਝ ਦਿੱਤੀ ਸੀ। ਜਦੋਂ ਉਹ ਕੁਝ ਸਮਝਦਾਰ ਹੋਇਆ ਤਾਂ ਉਸ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਤਾਂ ਜੋ ਇਸ ਨਾਲ ਉਹ ਆਪਣੇ ਪਿਤਾ ਵਾਂਗ ਨਾ ਬਣ ਜਾਵੇ। ਅਤੇ ਸਾਡੀ ਮਾਤਾ ਦਾ 3 ਸਾਲ ਪਹਿਲਾਂ ਦੇਹਾਂਤ ਹੋ ਗਿਆ ਹੈ ਅਤੇ ਜਦੋਂ ਇਹ ਥੋੜਾ ਵੱਡਾ ਹੋਇਆ ਤਾਂ ਉਸ ਨੇ ਆਪਣੀ ਭੈਣ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਫਿਰ ਉਸ ਨੂੰ ਪਤਾ ਲੱਗਾ ਕਿ ਵਿਆਹ ਤੋਂ ਬਾਅਦ ਹੀ ਬੱਚੇ ਨੂੰ ਜਨਮ ਦਿੰਦੇ ਹੋਏ ਉਸ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਨਾਲ ਉਸ ਦੇ ਬੱਚੇ ਦੀ ਵੀ ਮੌਤ ਹੋ ਗਈ ਸੀ। ਹੁਣ ਇਸ ਦੁਨੀਆ ਵਿੱਚ ਉਸਦੇ ਇੱਕ ਭੈਣ ਅਤੇ ਇੱਕ ਪਿਤਾ ਹੀ ਸੀ। ਉਸ ਨੇ ਸਾਡੇ ਦੋਵਾਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਉਹ ਪੜ੍ਹਿਆ ਲਿਖਿਆ ਨਾ ਹੋਣ ਕਾਰਨ ਕੋਈ ਨੌਕਰੀ ਨਹੀਂ ਕਰ ਸਕਦਾ ਸੀ, ਇਸੇ ਲਈ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਉਹ ਸਖਤ ਮਿਹਨਤ ਕਰਦਾ ਸੀ ਅਤੇ ਸਮਾਜ ਵਿੱਚ ਉਸਦਾ ਬਹੁਤ ਸਤਿਕਾਰ ਹੁੰਦਾ ਸੀ। ਇੱਕ ਦਿਨ ਉਹ ਆਪਣੇ ਪਿਤਾ ਨੂੰ ਮਿਲਿਆ ਅਤੇ ਜਿਸ ਹਾਲਤ ਵਿੱਚ ਉਹ ਉਸ ਨੂੰ ਮਿਲਿਆ ਉਸ ਨੂੰ ਦੇਖ ਕੇ ਤਰਸ ਆਇਆ ਅਤੇ ਉਹ ਉਸ ਨੂੰ ਆਪਣੇ ਘਰ ਲੈ ਆਇਆ ਅਤੇ ਹੁਣ ਉਸਨੇ ਲੜਕੇ ਨੂੰ ਦੁਕਾਨ 'ਤੇ ਸਬਜ਼ੀ ਵੇਚਣ ਲਈ ਰੱਖ ਲਿਆ ਤੇ ਉਹ ਆਪਣੇ ਪਿਤਾ ਨਾਲ ਘਰ ਵਿੱਚ ਹੀ ਰਹਿੰਦਾ ਸੀ, ਕਿਉਂਕਿ ਪਿਤਾ ਜੀ ਨਾ ਤਾਂ ਕੁਝ ਬੋਲ ਸਕਦੇ ਸੀ ਅਤੇ ਨਾ ਹੀ ਕੁਝ ਖਾ ਸਕਦੇ ਸੀ। ਅਤੇ ਫਿਰ ਉਸ ਨੇ ਮੇਰੇ ਬਾਰੇ ਜਾਣਕਾਰੀ ਹਾਸਲ ਕੀਤੀ। ਮੇਰੇ ਬਾਰੇ ਜਾਣ ਕੇ ਉਹ ਬਹੁਤ ਦੁਖੀ ਹੋਇਆ। ਇਸ ਲਈ ਉਸਨੇ ਆਪਣੇ ਤਰੀਕੇ ਨਾਲ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ 50 ਰੁਪਏ ਵੀ ਇਸ ਲਈ ਲੈਂਦਾ ਸੀ ਕਿ ਤਾਂ ਜੋ ਮੇਰੇ ਮਨ ਨੂੰ ਠੇਸ ਨਾ ਪਹੁੰਚੇ। ਜੇ ਉਸਨੇ ਮੈਨੂੰ ਸਬਜ਼ੀ ਮੁਫਤ ਦਿੱਤੀ ਹੁੰਦੀ ਤਾਂ ਮੈਂ ਸ਼ਾਇਦ ਅਗਲੇ ਦਿਨ ਉਸਦੀ ਦੁਕਾਨ 'ਤੇ ਨਾ ਹੀ ਜਾਂਦੀ, ਕਿਉਂਕਿ ਸ਼ੁਰੂ ਵਿੱਚ ਮੈਂ ਸੋਚਦੀ ਸੀ ਕਿ ਉਹ ਗਲਤੀ ਨਾਲ ਮੈਨੂੰ ਪੈਸੇ ਵਾਪਸ ਕਰ ਰਿਹਾ ਹੈ। ਪਰ ਜਦੋਂ ਉਸ ਪੈਸੇ ਨਾਲ ਮੇਰੇ ਘਰ ਦੀਆਂ ਲੋੜਾਂ ਪੂਰੀਆਂ ਹੋਣ ਲੱਗੀਆਂ ਤਾਂ ਮੈਂ ਆਪ ਹੀ ਉਸ ਦੀ ਦੁਕਾਨ ਵੱਲ ਜਾਣ ਲੱਗੀ ਅਤੇ ਉਸਨੇ ਜਾਣ-ਬੁੱਝ ਕੇ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਅਤੇ ਇਹ ਗਰੀਬ ਭਰਾ ਦੀ ਆਪਣੀ ਗਰੀਬ ਭੈਣ ਦੀ ਮਦਦ ਕਰਨ ਦੀ ਕੋਸ਼ਿਸ਼ ਸੀ। ਇਹ ਸਭ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਮੈਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਜੇਕਰ ਪਰਮਾਤਮਾ ਨੇ ਮੈਨੂੰ ਪਤੀ ਅਤੇ ਪਿਤਾ ਦੇ ਰੂਪ ਵਿੱਚ ਇੱਕ ਚੰਗਾ ਵਿਅਕਤੀ ਨਹੀਂ ਦਿੱਤਾ ਤਾਂ ਉਸ ਨੇ ਮੈਨੂੰ ਭਰਾ ਦੇ ਰੂਪ ਵਿੱਚ ਇੱਕ ਚੰਗਾ ਵਿਅਕਤੀ ਦਿੱਤਾ ਹੈ। ਅਤੇ ਮੈਂ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਮੈਂ ਆਪਣੇ 3 ਪੁੱਤਰਾਂ ਨੂੰ ਸਹੀ ਰਸਤੇ 'ਤੇ ਚਲਾਵਾਂਗੀ।
ਪੜ੍ਹਾਈ ਦੇ ਨਾਲ ਮੈਂ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਕਰਾਂਗੀ। ਇਸ ਤੋਂ ਪਹਿਲਾਂ ਮੈਂ ਕਦੇ ਵੀ ਉਹਨਾਂ ਦੇ ਪਾਲਣ ਪੋਸ਼ਣ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਮੈਂ ਆਪਣੇ ਪਿਤਾ ਨੂੰ ਦਿਲੋਂ ਮਾਫ਼ ਕਰ ਦਿੱਤਾ, ਕਿਉਂਕਿ ਉਹ ਸਾਡੇ ਨਾਲ ਕੀਤੇ ਕੰਮਾਂ ਦੀ ਸਜ਼ਾ ਉਹ ਪਹਿਲਾਂ ਹੀ ਭੋਗ ਚੁੱਕੇ ਸਨ ਅਤੇ ਨਰਕ ਵਿੱਚ ਰੱਬ ਉਹਨਾਂ ਤੋਂ ਲੇਖਾ ਲੈ ਲਵੇਗਾ। ਅਤੇ ਆਪਣੀ ਮਾਂ ਵੱਲੋਂ ਵੀ ਮੈਂ ਉਸ ਆਦਮੀ ਨੂੰ ਮਾਫ਼ ਕਰ ਦਿੱਤਾ ਅਤੇ ਆਪਣੇ ਭਰਾ ਨਾਲ ਵਾਅਦਾ ਕੀਤਾ ਕਿ ਮੈਂ ਉਸ ਦੇ ਘਰ ਆਉਂਦੀ ਰਹਾਂਗੀ ਅਤੇ ਪਿਤਾ ਜੀ ਦੀ ਦੇਖਭਾਲ ਕਰਾਂਗੀ। ਜਦੋਂ ਮੇਰਾ ਭਰਾ ਨੇ ਮੇਰੇ ਪਤੀ ਬਾਰੇ ਦੱਸਿਆ ਕਿ ਬੜੀ ਮੁਸ਼ੱਕਤ ਨਾਲ ਉਸ ਨੂੰ ਕੁਝ ਲੋਕਾਂ ਦੀ ਮਦਦ ਨਾਲ ਸ਼ਰਾਬ ਛੁਡਾਊ ਵਿਭਾਗ ਵਿੱਚ ਭਰਤੀ ਕਰਵਾਇਆ ਹੈ ਅਤੇ ਜਲਦੀ ਹੀ ਉਹ ਇੱਕ ਚੰਗੇ ਵਿਅਕਤੀ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਆਵੇਗਾ, ਮੈਨੂੰ ਉਹ ਸ਼ਬਦ ਨਹੀਂ ਮਿਲ ਰਹੇ ਸਨ ਜਿਨ੍ਹਾਂ ਰਾਹੀਂ ਮੈਂ ਆਪਣੇ ਵੀਰ ਦਾ ਧੰਨਵਾਦ ਕਰ ਸਕਾਂ। ਉਹ ਮੇਰੀ ਮਾਂ ਦਾ ਪੁੱਤਰ ਵੀ ਨਹੀਂ ਸੀ, ਪਰ ਮਾਂ ਦੇ ਪਾਲਣ ਪੋਸ਼ਣ ਦਾ ਹੱਕ ਅਦਾ ਕਰਨ ਲਈ ਆਪਣੇ ਪਾਸਿਓਂ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਸੱਚ ਹੈ ਕਿ ਪਰਵਿਸ਼ ਦਾ ਬਹੁਤ ਪ੍ਰਭਾਵ ਹੁੰਦਾ ਹੈ। ਮੇਰੇ ਪਿਤਾ ਦਾ ਖੂਨ ਉਹਨਾਂ ਦੀਆਂ ਰਗਾਂ ਵਿੱਚ ਸੀ, ਪਰ ਪਾਲਣ ਪੋਸ਼ਣ ਮੇਰੀ ਮਾਂ ਦਾ ਸੀ, ਜਿਸ ਨੇ ਪਿਤਾ ਦੇ ਖੂਨ ਨੂੰ ਉਸ ਦੇ ਹਾਵੀ ਨਹੀਂ ਹੋਣ ਦਿੱਤਾ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।